ਜਿਹੜੇ ਮਹਿਮਾਨ ਨੇ ਜਨਾਬ ਜ਼ਫਰ ਇਕਬਾਲ ਸਾਹਿਬ ਹੈ ਨੇ, ਅਸੀਂ ਇਹਨਾਂ ਨੂੰ ਤਕਲੀਫ ਦਿੰਦੇ ਹਾਂ। ਜ਼ਫਰ ਇਕਬਾਲ ਸਾਹਿਬ ਜਿਹੜੇ ਨੇ ਉਹ ਡੈਨਮਾਰਕ 'ਚ ਰਹਿੰਦੇ ਨੇ, ਪਿੱਛੋਂ ਸ਼ਹਿਰ ਇਕਬਾਲ ਸਿਆਲਕੋਟ ਦੇ ਜਨਾਬ ਇਹ ਹੈਗੇ ਨੇ। ਤੇ ਇਹਨਾਂ ਦੀ ਸ਼ਾਇਰੀ 'ਚ ਜਿਹੜਾ ਹੁਣ ਸਿਆਲਕੋਟ ਦਾ ਹੋਵੇ ਉਹਦੇ ਸ਼ਾਇਰੀ 'ਚ ਸ਼ਾਹੀਨ ਵੀ ਹੋਏਗਾ, ਇਕਬਾਲ ਦਾ ਸਾਡੇ ਗਵਾਂਢੀ ਨੇ ਜੀ। ਫੈਜ਼ ਦਾ ਵੀ ਹੋਏਗਾ। ਤੇ ਫਿਰ ਹੁਣ ਦੱਸੋ ਕਿ ਕੀ ਕੀਤਾ ਜਾਏ। ਜ਼ਫਰ ਅਮਾਨ ਸਾਹਿਬ ਡੈਨਮਾਰਕ ਰਹਿੰਦੇ ਨੇ, ਪਿੱਛੋਂ ਸਿਆਲਕੋਟ ਦਿਲ ਇਹਨਾਂ ਦਾ ਸਿਆਲਕੋਟ ਹੀ ਧੜਕਦਾ ਹੈ। ਤੇ 3 ਕਿਤਾਬਾਂ ਇਹਨਾਂ ਦੀਆਂ ਪੰਜਾਬੀ ਦੀਆਂ, ਚਾਰ ਪੰਜਾਬੀ ਦੀਆਂ ਤੇ 3 ਉਰਦੂ ਦੀ ਵੀ ਆ ਚੁੱਕੀਆਂ ਨੇ। ਤੇ ਸ਼ਾਇਰੀ ਜਿਹੜੀ ਇਹਨਾਂ ਦੀ ਬਹੁਤ ਜ਼ਬਰਦਸਤ ਹੈ। ਪਹਿਲਾਂ ਵੀ ਮੈਂ ਇੱਕ ਵਾਰੀ ਮੁਸ਼ਾਇਰੇ ਤੇ ਇਹਨਾਂ ਨੂੰ ਸ਼ਾਮਲ ਕੀਤਾ ਸੀ ਤੇ ਬੜਾ ਮਜ਼ਾ ਆਇਆ ਸੀ। ਤੇ ਹੁਣ ਅਸੀਂ ਇੰਝ ਕਰਨੇ ਆ ਕਿ ਠੱਲ ਦੇ ਉੱਤੇ ਫਿਰ ਗੱਲ ਕਰਨੇ ਆ। ਜ਼ਫਰ ਅਮਾਨ ਸਾਹਿਬ ਤੁਸੀਂ ਹੁਣ ਬਿਸਮਿਲ੍ਲਾ ਕਰੋ ਤੇ ਦੱਸੋ ਕਿ ਇਹ ਠੱਲ ਤੁਹਾਨੂੰ ਕਿਹੋ ਜੀ ਲੱਗੀ। ਰਜ਼ਾ ਸ਼ਾਹ ਤੇ ਚੰਗਾ ਲੱਗਾ ਹੈ, ਪਰ ਹੁਣ ਠੱਲ ਦੀ ਗੱਲ ਹੋਏਗੀ ਸਾਡੀ। ਹਾਂਜੀ, ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਸਭ ਤੋਂ ਪਹਿਲੇ ਤੇ ਤੁਹਾਡਾ ਸ਼ੁਕਰੀਆ ਸ਼ਫੀਕ ਮੁਰਾਦ ਸਾਹਿਬ, ਤੁਸੀਂ ਮੈਨੂੰ ਦਾਵਤ ਦਿੱਤੀ ਇਸ ਪ੍ਰੋਗਰਾਮ ਲਈ। ਦੂਸਰਾ ਸ਼ਾਹ ਜੀ ਹੋਰਾਂ ਦਾ ਸ਼ੁਕਰੀਆ ਕਿ ਜਿੱਥੇ ਡਾਕਟਰ ਇਹਸਾਨੁੱਲਾ ਤਾਹਰ ਸਾਹਿਬ ਬੈਠੇ ਨੇ, ਜਿੱਥੇ ਅਹਿਮਦ ਨਈਮ ਅਰਸ਼ਦ ਸਾਹਿਬ ਬੈਠੇ ਨੇ, ਸਗੀਰ ਤਬਸਮ ਸਾਹਿਬ ਬੈਠੇ ਨੇ, ਮਹਿਮੂਦ ਅਸਗਰ ਚੌਧਰੀ ਸਾਹਿਬ ਬੈਠੇ ਨੇ, ਤੇ ਉਹਨਾਂ ਦੇ ਵਿੱਚ ਮੈਨੂੰ ਵੀ ਜਗ੍ਹਾ ਮਿਲਣ ਜਿਹੜੀ ਮਿਲੀ ਹੈ ਜਾਂ ਦਿੱਤੀ ਗਈ ਹੈ, ਉਹ ਮੇਰੇ ਲਈ ਬੜੇ ਵੱਡੇ ਅਹਿਸਾਸ ਦੀ ਗੱਲ ਹੈ। ਔਰ ਇੱਕ ਹੋਰ ਵੱਡੇ ਅਹਿਸਾਸ ਦੀ ਗੱਲ ਹੈ ਕਿ ਇਸ ਟਾਈਮ ਸਕਰੀਨ ਦੇ ਉੱਤੇ ਮੇਰੀ ਰਾਏ ਦੇ ਮੁਤਾਬਕ ਪੰਜਾਬੀ ਅਦਬ ਦੇ ਵਿੱਚ ਨਜ਼ਮਾਂ ਕਹਿਣ ਵਾਲੇ 3 ਵੱਡੇ ਨਾਮ ਮੌਜੂਦ ਨੇ। ਮਾਸ਼ਾਅੱਲਾ ਜਿਹਦੇ 'ਚ ਇਹ ਮੇਰੀ ਰਾਏ ਵੇ, ਔਰ ਮੇਰੇ ਨਜ਼ਦੀਕ ਮੈਂ ਜਿੰਨਾ ਪੰਜਾਬੀ ਅਦਬ ਨੂੰ ਜਿੰਨਾ ਕਿ ਮੈਂ ਪੜ੍ਹ ਸਕਿਆ ਥੋੜਾ ਬਹੁਤਾ, ਮੇਰੀ ਰਾਏ ਦੇ ਮੁਤਾਬਕ ਰਜ਼ਾ ਸ਼ਾਹ ਸਾਹਿਬ, ਅਹਿਮਦ ਨਈਮ ਅਰਸ਼ਦ ਸਾਹਿਬ ਤੇ ਸਗੀਰ ਤਬਸਮ ਸਾਹਿਬ, ਮੈਂ ਇਹਨਾਂ ਦੀਆਂ ਨਜ਼ਮਾਂ ਤੋਂ ਹਮੇਸ਼ਾ ਮੁਤਾਸਰ ਹੋਇਆ ਔਰ ਹਮੇਸ਼ਾ ਪੜ੍ਹ ਕੇ ਮਜ਼ਾ ਆਉਂਦਾ। ਤੇ ਗੱਲ ਕਰੀਏ ਰਜ਼ਾ ਸ਼ਾਹ ਸਾਹਿਬ ਦੇ ਬਾਰੇ 'ਚ, ਤੇ ਸ਼ਾਹ ਜੀ ਨਾਲ ਮੇਰੀ ਹੁਣ ਤੱਕ ਜਿਹੜੀ ਕੋਈ ਫਿਜ਼ੀਕਲ ਮੁਲਾਕਾਤ ਹੈ ਉਹ ਨਹੀਂ ਹੋ ਸਕੀ। ਸਾਡਾ ਤਲਕ ਫੇਸਬੁੱਕ ਰਾਹੀਂ ਬਣਿਆ, ਫਿਰ ਉਸ ਤੋਂ ਬਾਅਦ ਵਟਸਐਪ ਤੇ ਗੱਲਬਾਤ ਹੋਣੀ। ਔਰ ਮੈਂ ਇਹ ਕਹਾਂਗਾ ਕਿ ਰੀਸੈਂਟ ਟਾਈਮ ਜਿਹੜਾ ਅੱਜ ਕੱਲ੍ਹ ਚੱਲਦਾ ਪਿਆ ਪਿਛਲੇ 2 ਸਾਲ 'ਚ, ਪੂਰੀ ਦੁਨੀਆ ਦੇ ਉੱਤੇ ਅਗਰ ਈਵਨ ਮੈਂ ਆਪਣੇ ਘਰਦਿਆਂ ਨੂੰ ਵੀ ਪਾਕਿਸਤਾਨ ਵਾਲਿਆਂ ਨੂੰ ਸ਼ਾਮਲ ਕਰ ਲਾਂ, ਤੇ ਮੈਂ ਸਭ ਤੋਂ ਜ਼ਿਆਦਾ ਜਿਸ ਬੰਦੇ ਨਾਲ ਮੇਰੀ ਡਿਸਕਸ਼ਨ ਹੋਈ ਹੈ ਫੋਨ ਦੇ ਉੱਤੇ, ਉਹ ਰਜ਼ਾ ਸ਼ਾਹ ਸਾਹਿਬ ਨੇ। ਮਾਸ਼ਾਅੱਲਾ ਹਾਂਜੀ, ਸਾਡੀ ਹਮੇਸ਼ਾ ਗੱਲਬਾਤ ਹੁੰਦੀ ਹੈ ਤੇ ਭਰਪੂਰ ਹੁੰਦੀ ਹੈ, ਔਰ ਮਜ਼ੇ ਦੀ ਗੱਲ ਹੈ ਹਮੇਸ਼ਾ ਸ਼ੇਰੋ ਸ਼ਾਇਰੀ ਤੇ ਹੀ ਹੁੰਦੀ ਹੈ। ਵਾਹ। ਤੇ ਅਸੀਂ ਇੱਕ ਦੂਜੇ ਨੂੰ ਸ਼ੇਰ ਸੁਣਾਉਂਦੇ ਹਾਂ, ਇੱਕ ਦੂਸਰੇ ਦਾ ਹੌਸਲਾ ਵਧਾਉਂਦੇ ਹਾਂ। ਤੇ ਮੈਂ ਸ਼ਾਹ ਜੀ ਹੋਰਾਂ ਨੂੰ ਇੱਕ ਨਹਾਇਤ ਖੂਬਸੂਰਤ ਇਨਸਾਨ ਪਾਇਆ, ਜਿਹੜੇ ਕਿ ਬਾਹਰੋਂ ਵੀ ਖੂਬਸੂਰਤ ਨੇ ਤੇ ਅੰਦਰੋਂ ਵੀ ਖੂਬਸੂਰਤ ਨੇ, ਔਰ ਮੁਹੱਬਤ ਕਰਨ ਵਾਲੇ ਇਨਸਾਨ ਨੇ, ਔਰ ਮਾੜਿਆਂ ਦਾ ਧਿਆਨ ਰੱਖਣ ਵਾਲੇ ਇਨਸਾਨ ਨੇ। ਮੈਂ ਉਸਦਾ ਪਰਸਨਲ ਯਾਨੀ ਕਿ ਮੈਂ ਗਵਾਹ ਹਾਂ, ਮੈਂ ਜਾਣਦਾ ਕਿ ਕਿਹੜੇ ਲੋਕਾਂ ਦੀ ਉਹ ਮਾਸ਼ਾਅੱਲਾ ਕਿਸ ਤਰ੍ਹਾਂ ਛੁਪ ਕੇ ਜਿਹੜੇ ਨੇ ਉਹ ਉਹਨਾਂ ਦੀ ਮਦਦ ਵੀ ਕਰਦੇ ਨੇ, ਤੇ ਦੋਸਤਾਂ ਦੇ ਦੋਸਤ ਨੇ। ਇਹ ਇੱਕ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਨਾ ਸਭ ਤੋਂ ਵੱਡਾ ਜਿਹੜਾ ਅਨਸਰ ਮੈਨੂੰ ਜਿਹਨੇ ਮੁਤਾਸਰ ਕੀਤਾ ਹੈ, ਉਹਦੀ ਸਭ ਤੋਂ ਵੱਡੀ ਮਿਸਾਲ ਇਹ ਵੀ ਹੈ ਕਿ ਜਿਹੜੀ ਜਿਸ ਕਿਤਾਬ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ, ਐਡੀ ਸੋਹਣੀ ਜਿਹੜੀ ਕਿਤਾਬ ਹੈ ਜਨਾਬ, ਇਹ ਵੀ ਉਹਨਾਂ ਨੇ ਉਹਦਾ ਚੜਾਵਾ ਜਿਹੜਾ ਉਹ ਆਪਣੇ ਬਚਪਨ ਦੇ ਦੋਸਤ ਸੈਯਦ ਮੁਹੰਮਦ ਅਰਸ਼ਦ ਹੋਰਾਂ ਦੇ ਨਾਂ ਕੀਤਾ। ਵਾਹ ਵਾਹ। ਤੇ ਉਹ ਚੀਜ਼ ਸਾਬਤ ਕਰਦੀ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਆਲੇ ਦੁਆਲੇ ਜਾਂ ਉਹਨਾਂ ਨਾਲ ਗੱਲਬਾਤ ਜਾਂ ਉਹਨਾਂ ਨਾਲ ਰਹਿਣ, ਉਹਨਾਂ ਦੇ ਬੇਲੀ ਦੋਸਤਾਂ ਦਾ ਉਹ ਕਿੰਨਾ ਅਹਿਸਾਸ ਕਰਦੇ ਨੇ, ਉਹਨਾਂ ਨਾਲ ਕਿੰਨੀ ਮੁਹੱਬਤ ਕਰਦੇ ਨੇ। ਤੇ ਸ਼ਾਹ ਸਾਹਿਬ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ਾਇਰ ਨੇ। ਬਿਲਕੁਲ ਸਹੀ ਗੱਲ ਹੈ। ਔਰ ਸਿਰਫ ਸ਼ਾਇਰ ਨਹੀਂ ਹੈ, ਸਾਹਬੇ ਅਸਲੂਬ ਸ਼ਾਇਰ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਮੈਂ ਕਈ ਦਫਾ ਫੇਸਬੁੱਕ ਤੇ ਉਹਨਾਂ ਦੀਆਂ ਨਜ਼ਮਾਂ ਦੇਖੀਆਂ ਜਿਹੜੀਆਂ ਕਿ ਉਹਨਾਂ ਨੇ ਨਹੀਂ ਸ਼ੇਅਰ ਕੀਤੀਆਂ, ਕਿਸੇ ਹੋਰ ਨੇ ਸ਼ੇਅਰ ਕੀਤੀਆਂ ਨੇ, ਤੇ ਉਹਦੇ ਉੱਤੇ ਉਹਨਾਂ ਦਾ ਨਾਮ ਹੀ ਨਹੀਂ ਲਿਖਿਆ। ਠੀਕ ਹੈ, ਹੁਣ ਅਗਰ ਮੈਂ ਉਹ ਨਜ਼ਮ ਜਾਂ ਤੇ ਉਹਨਾਂ ਦੇ ਮੂੰਹ ਸੁਣ ਚੁੱਕਿਆ, ਫਿਰ ਤੇ ਬਿਲਕੁਲ ਹੀ ਮੈਨੂੰ ਪਤਾ ਚੱਲ ਜਾਂਦਾ ਕਿ ਉਹਨਾਂ ਦੀ। ਅਗਰ ਨਹੀਂ ਵੀ ਸੁਣੀ ਉਹ ਨਜ਼ਮ, ਤੇ ਮੈਨੂੰ ਪਤਾ ਚੱਲ ਜਾਂਦਾ ਕਿ ਇਹ ਨਜ਼ਮ ਰਜ਼ਾ ਸ਼ਾਹ ਦੀ ਨਹੀਂ। ਇਸ ਤਰ੍ਹਾਂ ਦੀ ਨਜ਼ਮ ਰਜ਼ਾ ਸ਼ਾਹ ਹੀ ਕਹਿ ਸਕਦਾ। ਤੇ ਬਾਕੀ ਅਗਰ ਉਹਨਾਂ ਦੇ ਮੌਜੂਆਤ ਦੀ ਗੱਲ ਕਰੀਏ, ਤੇ ਜਿੰਨਾ ਕਿ ਮੈਂ ਦੇ ਸਕਿਆ ਉਹਦੇ ਵਿੱਚ ਠੱਲ ਦੇ ਵਿੱਚ, ਉਹਦੇ ਅੰਦਰ ਹਿਜਰ, ਮੁਹੱਬਤ, ਰੈਤਲ, ਮਜ਼ਾਹਮਤ, ਮੁਆਸ਼ਰੇ ਦੀ ਬੇਹਿੱਸੀ ਤੇ ਮੁਆਸ਼ਰੇ ਦੀ ਇਸਲਾਹ ਦੇ ਮੌਜੂਆਤ ਜਿਹੜੇ ਨੇ ਉਹ ਸ਼ਾਮਲ ਨੇ। ਔਰ ਦੂਸਰਾ ਅਗਰ ਟੈਕਨੀਕਲੀ ਗੱਲ ਕੀਤੀ ਜਾਏ ਤੇ ਸ਼ਾਹ ਸਾਹਿਬ ਦੀ ਸ਼ਾਇਰੀ ਇੱਕ, ਜਿਸ ਤਰ੍ਹਾਂ ਸਾਰੇ ਪਹਿਲੇ ਮੇਰੇ ਤੋਂ ਪਹਿਲੇ ਸੀਨੀਅਰਸ ਵੀ ਗੱਲ ਕਰ ਚੁੱਕੇ ਨੇ, ਕਿ ਉਹ ਇੱਕ ਨਹਾਇਤ
ਇੱਕ ਬਿਹਤਰੀਨ ਉਹਨਾਂ ਦਾ ਖਿਆਲ ਹੁੰਦਾ ਹੈ ਔਰ ਉਸ ਨੂੰ ਬੜੇ ਅੱਛੇ ਤਰੀਕੇ ਨਾਲ ਪੇਸ਼ ਕਰਦੇ ਨੇ। ਉਸ ਦੇ ਉਹਦੇ ਨਾਲ ਨਾਲ ਉਹ ਰਮੂਜ਼ ਦਾ, ਉਹਨਾਂ ਨੂੰ ਬਹਿਰ ਦਾ, ਔਜ਼ਾਨ ਦਾ ਜਿਹੜਾ ਉਹ ਵੀ ਉਹ ਪੂਰੇ ਉਸ ਪੈਮਾਨੇ ਤੇ ਪੂਰੇ ਉਤਰਦੇ ਨੇ। ਬਿਹਤਰੀਨ ਕਰਾਫਟਿੰਗ ਹੈ ਸ਼ੇਰ ਦੀ। ਔਰ ਉਸ ਤੋਂ ਉੱਪਰ ਜਿਹੜਾ ਕਿ ਉਹਨਾਂ ਦਾ ਸ਼ੇਰ ਕਹਿਣ ਦਾ ਜਿਹੜਾ ਅੰਦਾਜ਼ੇ ਬਿਆਨ ਹੈ ਉਹ ਵੀ ਉਸ ਨੂੰ ਹੋਰ ਚਾਰ ਚੰਨ ਲਾ ਦਿੰਦਾ। ਹੁਣ ਮੈਂ ਇੱਕ ਪੁਆਇੰਟ ਇਹੀ ਦੇਖਿਆ ਸੀ ਉਹਨਾਂ ਦਾ, ਜਿਹਦੇ ਤੇ ਆਪਣਾ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ, ਹਕੀਮ ਸਾਹਿਬ ਨੇ ਵੀ ਕੀਤੀ ਹੈ, ਕਿ ਉਹ ਜਿਹੜਾ ਸੀ ਕਿ ਟਾਈਟੈਨਿਕ ਡੁੱਬ ਰਿਹਾ, ਲੋਕੋ ਮਲਾਹ ਪੈਰਕਸ ਕਰਦੇ ਨੇ। ਹਾਏ 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 ਤੇ ਤੁਸੀਂ ਹਾਏ ਦੇਖ ਹਾਏ। ਲਓ ਕਿ ਜੋ ਸਿਚੁਏਸ਼ਨ ਸਾਡੇ ਵਤਨ ਦੀ ਇਸ ਟਾਈਮ ਹੈ ਵੇ, ਜੋ ਉੱਥੇ ਹੋ ਰਿਹਾ ਹੈ, ਉਹਦੇ ਬਾਵਜੂਦ ਵੀ ਕਿਸੇ ਦੇ ਕੰਨ ਦੇ ਉੱਤੇ ਜੂੰ ਵੀ ਨਹੀਂ ਰਿੰਗ ਰਹੀ। ਹੂੰ ਤੇ ਉਸ ਤੋਂ ਬਾਅਦ ਫਿਰ ਦੂਸਰੀ ਇੱਕ ਇਹ ਸੀ ਕਿ ਮੈਂ ਉਹ ਕਰਾਂਗਾ, ਉਹਦਾ ਮਾਂ ਦੀ ਵੈਣ ਦੇ ਵਿੱਚੋਂ ਦੋ ਮਿਸਰੇ ਨੇ। ਮੇਰਾ ਇਰਸ਼ਾਦ ਕਿੱਥੇ ਵੇ, ਮੇਰਾ ਇਜਾਜ਼ ਕਿੱਥੇ ਵੇ, ਵੇ ਹਾਏ ਹਾਏ ਅਸ਼ਰਫ ਬੋਲਦਾ ਕਿਉਂ ਨਹੀਂ, ਵੇ ਅਸ਼ਰਫ ਬੋਲਦਾ ਕਿਉਂ ਨਹੀਂ, ਵੇ ਅਨਵਰ ਫੋਨ ਆਇਆ ਜੇ। ਹਾਏ ਹਾਏ ਹਾਏ। ਤੁਸੀਂ ਚੈੱਕ ਕਰੋ ਕਿ ਕਿਸ ਤਰ੍ਹਾਂ ਇੱਕ ਮਾਂ ਦਾ ਕਰਬ ਔਰ ਕਿਤਨੇ ਖੂਬਸੂਰਤ ਅੰਦਾਜ਼ ਦੇ ਨਾਲ, ਔਰ ਕਿਸ ਤਰ੍ਹਾਂ ਫਿਰ ਜਿਹੜੇ ਉਹਨਾਂ ਦੇ ਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਵਿੱਚ, ਉਹਨਾਂ ਨੂੰ ਵੀ ਕਿੰਨੀ ਖੂਬਸੂਰਤੀ ਨਾਲ। ਹੁਣ ਲੱਗ ਰਿਹਾ ਕਿ ਰਜ਼ਾ ਸ਼ਾਹ ਸਾਹਿਬ ਇਹ ਨਜ਼ਮ ਨਹੀਂ ਲਿਖ ਰਹੇ, ਕੋਈ ਮਾਂ ਗੱਲ ਕਰ ਰਹੀ ਹੈ ਆਪਣੇ ਬੱਚਿਆਂ ਦੇ ਨਾਲ। ਵੀ ਅਨਵਰ ਫੋਨ ਆਇਆ ਜੀ, ਵੀ ਹੋਰ ਤਾਂ ਰੌਲਾ ਪਾਇਆ ਜੇ, ਰੌਲਾ ਪਾਇਆ ਟੈਨਸ਼ਨ ਚੋਂ ਸਿਰ ਫੜ ਕੇ ਬੈਠੇ ਹੋ, ਪਰ ਇਹ ਵੀ ਦੱਸੋ ਕੋਈ ਖਬਰ ਵੀ ਆਈ ਹੈ ਕਿ ਨਹੀਂ ਆਈ। ਹਾਏ ਵਾਹ, ਤੇ ਬੜੀ ਬਹੁਤ ਜਜ਼ਬਾਤ ਦੀ ਸ਼ਾਨਦਾਰ ਜੀ, ਫੈਸਲੀ, ਬਹੁਤ ਬੜੀ ਮਜ਼ੇਦਾਰ। ਜਜ਼ਬਾਤ ਦੀ ਅੱਗੇ ਫੈਸਲੀ, ਅੱਗੇ ਚੱਲੀਏ ਤੇ ਡੂੰਘੀ ਫੈਸਲੀ। ਅਗਰ ਜੀ, ਜਿਸ ਤਰ੍ਹਾਂ ਮੈਂ ਰੈਤਲ ਦੀ ਗੱਲ ਕੀਤੀ, ਤੇ ਉਹ ਜ਼ਾਹਿਰ ਹੈ ਰੈਤਲ ਦੇ ਵਿੱਚ ਉਹਨਾਂ ਦੀ ਹਰ ਮਤਲਬ ਕਿ ਦੂਜੀ ਨਜ਼ਮ ਦੇ ਵਿੱਚ ਉਹਨਾਂ ਨੇ ਆਪਣੇ ਪੰਜਾਬ ਦੀ ਰੈਤਲ ਦਾ ਜ਼ਿਕਰ ਕੀਤਾ। ਆਪਣੇ ਵਤਨ ਦੇ ਨਾਲ ਦੁੱਖ ਜਿਹੜਾ ਉਹਨਾਂ ਦਾ, ਦੂਰ ਰਹਿ ਕੇ ਦੁੱਖ ਜਾਂ ਉੱਥੇ ਜੋ ਹੋ ਰਿਹਾ ਉਹਦਾ ਦੁੱਖ ਨਾ ਮਹਿਸੂਸ ਕੀਤਾ। ਉਹਦੇ ਨਾਲ ਨਾਲ ਫਿਰ ਉੱਥੋਂ ਦੀਆਂ ਜਿਹੜੀਆਂ ਚੀਜ਼ਾਂ ਪਿਛਲੀਆਂ ਸਾਡੇ ਕੋਲ ਗਵਾਚ ਗਈਆਂ, ਜਿਸ ਤਰ੍ਹਾਂ ਕਿ ਖੇਡਾਂ ਅਸੀਂ ਖੇਡਦੇ ਹੁੰਦੇ ਸਾਂ, ਉਹਨਾਂ ਦਾ ਵੇਖੋ ਕਿਸ ਤਰ੍ਹਾਂ ਖੂਬਸੂਰਤ ਜ਼ਿਕਰ ਕਰ ਰਹੇ ਨੇ। ਬਾਂਦਰ ਕਿੱਲਾ ਖੇਡਾਂ ਦੇ, ਗੋਲੀ ਪਿੱਲਾ ਖੇਡਾਂ ਦੇ, ਨਾਲੇ ਵਾਹ ਸ਼ਾਹ ਸ਼ਟਾਪੂ ਵੀ, ਨਾਲੇ ਘੇਰ ਘਮਾਟੂ ਵੀ। ਹਾਏ 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 ਵਾਹ, ਕੀ ਬਾਤ ਹੈ, ਕੀ ਤੇ ਬਾਤ। ਅੱਗੇ ਚੱਲੀਏ ਤੇ ਫਿਰ ਉਹਨਾਂ ਦੀ ਉਹੀ ਨਜ਼ਮ ਜਿਹਦੇ ਤੇ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਔਰ ਹਕੀਮ ਸਾਹਿਬ ਨੇ ਵੀ ਕੀਤੀ, ਉਹ ਹੈ ਕਿ ਜਿਹੜੀ ਸੀ ਕਿ ਰਿਬੋਟ ਵਾਲੀ ਨਜ਼ਮ ਜ਼ਿੰਦਗੀ ਹੈ ਨਹੀਂ। ਹੁਣ ਦੇਖੋ ਕਿ ਤੁਸੀਂ ਵੀ ਸ਼ਫੀਕ ਸਾਹਿਬ, ਤੁਸੀਂ ਵੀ ਰਹਿ ਰਹੇ ਹੋ ਵੈਸਟ ਦੇ ਵਿੱਚ, ਮੈਂ ਵੀ ਰਹਿ ਰਿਹਾ ਹਾਂ। ਈਵਨ ਪਾਕਿਸਤਾਨ 'ਚ ਵੀ ਹਾਲਾਤ ਕੋਈ ਵੱਖਰੇ ਨਹੀਂ ਹੈ। ਇੱਥੇ ਅਸੀਂ ਕਿਸ ਤਰ੍ਹਾਂ ਰੋਬੋਟ ਬਣੇ ਹੋਏ ਆ ਆਪਣੇ, ਕੋਈ ਕੈਰੀਅਰ ਬਣਾਉਣ ਦੇ ਚੱਕਰ 'ਚ, ਕੋਈ ਸਿਆਸਤ ਤੇ ਲੱਗਾ ਹੋਇਆ ਹੈ, ਕੋਈ ਮਤਲਬ ਕਿਸੇ ਨੂੰ, ਪਾਕਿਸਤਾਨ 'ਚ ਲੋਕਾਂ ਵਿਚਾਰਿਆਂ ਨੂੰ ਰੋਜ਼ੀ ਰੋਟੀ ਦੇ ਚੱਕਰ ਨੇ ਰੋਬੋਟ ਬਣਾ ਦਿੱਤਾ ਹੋਇਆ। ਉਹ ਕਿੱਡੀ ਖੂਬਸੂਰਤੀ ਨਾਲ ਉਹ ਕਹਿ ਰਹੇ ਨੇ ਕਿ ਯਾਰ ਠੀਕ ਹੈ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਲੇਕਿਨ ਉਹਦੇ ਨਾਲ ਨਾਲ ਜਿਹੜਾ ਜਮਾਲੀ ਹੁਸਨ ਹੈ ਜ਼ਿੰਦਗੀ ਦਾ, ਉਹਦੇ ਵੱਲ ਵੀ ਆਓ। ਵਾਹ ਅਗਰ ਅਸੀਂ ਕੰਮਕਾਰ ਹੀ ਕਰਨੇ ਨੇ ਸਿਰਫ, ਔਰ ਅਸੀਂ ਸਿਰਫ ਆਪਣੇ ਜੀ ਮਾਈਲਸਟੋਨ ਜਿਹੜੇ ਨੇ ਉਹੀ ਉਹਨਾਂ ਦੇ ਪਿੱਛੇ ਹੀ ਜਾਣਾ, ਤੇ ਫਿਰ ਅਸੀਂ ਰੋਬੋਟ ਨਹੀਂ ਹਾਂ, ਅਸੀਂ ਇਨਸਾਨ ਹਾਂ। ਸਾਨੂੰ ਜ਼ਿੰਦਗੀ ਵੱਲ ਵਾਪਸ ਆਉਣਾ ਪਏਗਾ, ਔਰ ਜ਼ਿੰਦਗੀ ਬੜੀ ਖੂਬਸੂਰਤ ਹੈ, ਔਰ ਜ਼ਿੰਦਗੀ ਦੀ ਅਹਿਮੀਅਤ ਉਹਨਾਂ ਨੇ ਜਤਾਈ ਉਹਦੇ ਵਿੱਚ। ਤੇ ਉਸ ਤੋਂ ਬਾਅਦ ਮੈਂ ਦੋ ਸ਼ੇਰ ਹੋਰ ਉਹਨਾਂ ਦੇ ਪੜਾਂਗਾ, ਉਹ ਮੈਨੂੰ ਬਹੁਤ ਅੱਛੇ ਲੱਗੇ। ਇੱਕ ਨਜ਼ਮ ਦੇ, ਜਦੋਂ ਰੁੱਤੇ ਦਸੰਬਰ ਦੀ ਬਰਫ਼ ਦੇ ਗਾਲ ਡਿੱਗਦੇ ਨੇ, ਹੂੰ ਮੇਰੇ ਪਲ ਮੇਰੇ ਪਲਕਾਂ ਦੇ ਛੱਪਰ ਵੀ ਤੇਰੇ ਰਸਤੇ 'ਚ ਵਿਛਦੇ ਨੇ। ਹੂੰ ਜਦੋਂ ਅਰੇ ਰੁੱਤੇ ਵਾਹ ਦਸੰਬਰ ਵਾਹ। ਦੀ ਮੁਸ਼ਕਿਲ, ਜਦੋਂ ਰੁੱਤੇ ਦਸੰਬਰ ਦੀ ਬਰਫ਼ ਦੇ ਗਾਲ ਡਿੱਗਦੇ ਨੇ, ਮੇਰੇ ਪਲਕਾਂ ਦੇ ਛੱਪਰ ਵੀ ਤੇਰੇ ਰਸਤੇ 'ਚ ਵਿਛਦੇ ਨੇ, ਬੜਾ ਤੂੰ ਯਾਦ ਆਨੀ ਹੈ, ਬੜਾ ਵਾਹ ਤੂੰ ਯਾਦ ਆਨੀ। ਵਾਹ। ਕਿਆ ਖੂਬਸੂਰਤ ਅੰਦਾਜ਼ ਯਾਰ, ਆਪਣੇ ਮਹਿਬੂਬ ਨੂੰ ਦੱਸਣ ਦਾ ਕਿ ਤੈਨੂੰ ਮੈਂ ਕਿੰਨਾ ਮਿਸ ਕਰ ਰਿਹਾ, ਤੂੰ ਮੈਨੂੰ ਕਿੰਨੀ ਤੇਰੀ ਮੈਨੂੰ ਯਾਦ ਆਉਂਦੀ। ਇਸ ਤੋਂ ਇਲਾਵਾ ਹੋਰ ਵੀ ਮਤਲਬ ਸਾਰੀ ਦੀ ਸਾਰੀ ਮੈਨੂੰ, ਮੈਂ ਪਹਿਲੇ ਵੀ ਸ਼ਾਹ ਸਾਹਿਬ ਦਾ ਸਾਰਾ ਕਲਾਮ ਜਿਹੜਾ ਉਹ ਉਹਨਾਂ ਦੀ ਜ਼ਬਾਨੀ ਸੁਣ ਚੁੱਕਿਆ। ਹੂੰ ਹਮੇਸ਼ਾ ਉਹ ਮੈਨੂੰ ਆਪਣੀ ਨਜ਼ਮ, ਹਰ ਇੱਕ ਨਜ਼ਮ ਸੁਣਾਉਂਦੇ ਨੇ। ਤੇ ਲੇਕਿਨ ਇਹ ਕਿ ਅੱਜ ਕੁਝ ਬੋਲਣ ਦੇ ਹਵਾਲੇ ਦੇ ਨਾਲ ਮੈਂ ਉਹਨਾਂ ਦੀ ਕਿਤਾਬ ਥੋੜੀ ਦੇਰ ਪਹਿਲੇ ਮੰਗਵਾਈ ਹੈ, ਤੇ ਉਹਦੇ 'ਚ ਜੋ ਮੈਨੂੰ ਚੀਜ਼ਾਂ ਜਿਹੜੀਆਂ ਨੇ ਥੋੜਾ ਬਹੁਤਾ ਥੋੜੇ ਟਾਈਮ 'ਚ, ਅੱਧੇ ਪੌਣੇ ਘੰਟੇ 'ਚ ਮੈਂ ਕਰ ਸਕਿਆ, ਉਹ ਮੈਂ ਤੁਹਾਡੇ ਅੱਗੇ ਕਰ ਦਿੱਤੀਆਂ। ਇਸ ਤੋਂ ਇਲਾਵਾ ਹੋਰ ਨਜ਼ਮਾਂ ਜਿਹੜੀਆਂ ਮੈਨੂੰ ਬਹੁਤ ਅੱਛੀਆਂ ਲੱਗੀਆਂ, ਉਹਦੇ 'ਚ ਇੱਕ ਸੀ ਮੁਮਤਾਜ਼ ਮਹਲ, ਅੱਛਾ। ਉਹ ਬਚਪਨ ਦੇ ਦਿਨ, ਹੂੰ ਤੂੰ ਜਾਣ ਪੰਜਾਬੀ ਸ਼ਾਇਰ ਦੀ, ਤੇਰੇ ਅਤ ਸਰਮਾਇਆਦਾਰੀ ਏ,
ਬੇਗਾਨੇ ਪੁੱਤਰ, ਮਹਾਰਾਣੀ ਤੇ ਹੋਰ ਵੀ ਬਹੁਤ ਜ਼ਿਆਦਾ। ਤੇ ਇਹਦੀ ਇਸ ਕਿਤਾਬ 'ਚ ਇੱਕ ਇੱਕ ਜਿਹੜੀ ਨਜ਼ਮ ਹੈ ਉਹ ਲਾਜਵਾਬ ਹੈ, ਖੂਬਸੂਰਤ ਹੈ। ਹਾਂ ਮੈਂ ਜਿਹੜਾ ਹੈ ਉਹ ਆਪਣੀ ਗੱਲਬਾਤ ਖਤਮ ਕਰਨ ਤੋਂ ਪਹਿਲੇ ਇਹ ਕਹਾਂਗਾ ਕਿ ਮੈਂ ਠੱਲ ਤੋਂ ਬਿਹਤਰ ਫਿਲਹਾਲ ਨਜ਼ਮਾਂ ਦੀ ਕੋਈ ਕਿਤਾਬ ਮੈਂ ਰੀਸੈਂਟ ਅਦਬ ਦੇ ਵਿੱਚ ਨਹੀਂ ਪੜ੍ਹੀ। ਮੈਨੂੰ ਉਸਨੇ ਸਭ ਤੋਂ ਜ਼ਿਆਦਾ ਅਰੇ ਵਾਹ ਮੁਤਾਸਿਰ। ਵਾਹ। ਔਰ ਬਹੁਤ ਬਹੁਤ ਸ਼ੁਕਰੀਆ ਰਜ਼ਾ ਸਾਹਿਬ, ਐਡਾ ਸੋਹਣਾ ਜਿਹੜਾ ਹੈ ਸਾਨੂੰ ਨਜ਼ਮਾਂ ਦਾ ਪਰਾਗਾ ਦੇਣ ਦਾ ਤੇ ਅਦਬ ਦੀ ਖਿਦਮਤ ਕਰਨ ਦਾ। बहुत बहुत शुक्रिया। इस वीडियो को लाइक करें, शेयर करें। मज़ीद इल्मी और अदबी वीडियोस देखने के लिए इस चैनल को सब्सक्राइब करें और बेल आइकॉन को दबा दें ताकि हर आने वाली वीडियो का नोटिफिकेशन आपको मिल सके। अपना बहुत सारा ख्याल रखिए। अल्लाह हाफिज़।